ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਫਿਰ ਤੁਹਾਡੇ ਸਭ ਦੇ ਸਾਹਮਣੇ ਹਾਜ਼ਰ ਹੋਈ ਹਾਂ ਇੱਕ ਨਵੀਂ ਸਟੋਰੀ ਲੈ ਕੇ। ਔਰ ਅੱਜ ਦੀ ਜਿਹੜੀ ਸਟੋਰੀ ਹੈ ਉਸ ਦਾ ਟੌਪਿਕ ਰਹੇਗਾ ਕਰਮ ਯੋਗ। ਕਰਮ ਯੋਗ ਯਾਨੀ ਕਿ ਕੰਮ ਕਰਦੇ ਹੋਏ ਯੋਗ ਯਾਨੀ ਕਿ ਮੈਡੀਟੇਸ਼ਨ ਕਰਨਾ। ਮੈਡੀਟੇਸ਼ਨ ਯਾਨੀ ਕਿ ਪਰਮਾਤਮਾ ਨੂੰ ਯਾਦ ਕਰਨਾ। ਕੀ ਪਰਮਾਤਮਾ ਨੂੰ ਯਾਦ ਕਰਨ ਦਾ ਸਹੀ ਤਰੀਕਾ ਇਹ ਹੈ ਕਿ ਅਸੀਂ ਸਾਰਾ ਦਿਨ ਮਾਲਾ ਫੇਰਦੇ हैं या ਅਸੀਂ ਨਾਮ ਸਿਮਰਨ ਕਰਦੇ ਰਹਿੰਦੇ ਸਾਰਾ ਦਿਨ, ਰੋਜ਼ ਗੁਰਦੁਆਰੇ ਮੰਦਿਰ ਜਾਂਦੇ हैं ਤੇ ਮਤਲਬ ਸਾਰਾ ਦਿਨ ਅਸੀਂ ਸਿਰਫ ਅੱਖਾਂ ਬੰਦ ਕੀਤੀਆਂ ਹੋਈਆਂ ਔਰ ਅਸੀਂ ਸਿਰਫ ਪਾਠ ਕਰ ਰਹੇ ਹਾਂ। ਕਿ ਇਹ ਸਹੀ ਤਰੀਕਾ ਹੈ ਜਾਂ ਫਿਰ ਜੋ ਵੀ ਡਿਊਟੀ ਸਾਨੂੰ ਪਰਮਾਤਮਾ ਵੱਲੋਂ ਅਸਾਈਨ ਕੀਤੀਆਂ ਗਈਆਂ ਹੈ, ਜਿਵੇਂ ਕਿ ਜੇ ਤੁਸੀਂ ਇੱਕ ਸਟੂਡੈਂਟ ਹੋ ਤਾਂ ਤੁਸੀਂ ਆਪਣੀ ਪੜ੍ਹਾਈ ਕਰਨੀ ਹੈ, ਤੁਸੀਂ ਇੱਕ ਮਦਰ ਹੋ, ਇੱਕ ਮਾਂ ਹੋ ਤੁਸੀਂ ਤਾਂ ਆਪਣੀ ਮਾਂ ਦੀਆਂ ਡਿਊਟੀਜ਼, ਆਪਣੇ ਬੱਚਿਆਂ ਦੀ ਅੱਛੀ ਪਰਵਰਿਸ਼ ਕਰਨੀ ਹੈ, ਤੁਸੀਂ ਆਪਣੇ ਬੱਚਿਆਂ ਦਾ ਧਿਆਨ ਦੇਣਾ ਹੈ, ਘਰ ਦੇ ਬਜ਼ੁਰਗਾਂ ਨੂੰ ਤੁਸੀਂ ਦੇਖ ਰਹੇ ਹੋ, ਸਭ ਦੀ ਜ਼ਰੂਰਤਾਂ ਦਾ ਧਿਆਨ ਰੱਖਣਾ ਜੋ ਵੀ ਇੱਕ ਮਾਂ ਦੀ ਡਿਊਟੀ ਵਿੱਚ ਸ਼ਾਮਿਲ ਹੁੰਦਾ। ਯਾਨੀ ਕਿ ਜੋ ਵੀ ਜਿਸ ਨੂੰ ਵੀ ਡਿਊਟੀਜ਼ ਦਿੱਤੀਆਂ ਗਈਆਂ ਹਨ ਉਹ ਡਿਊਟੀਜ਼ ਨੂੰ ਪੂਰਾ ਕਰਦੇ ਹੋਏ ਤੁਸੀਂ ਦਿਨ ਵਿੱਚ ਚਾਹੇ ਇੱਕ ਵਾਰੀ ਤੁਸੀਂ ਪਰਮਾਤਮਾ ਦਾ ਨਾਮ ਲੈਂਦੇ ਹੋ, ਤੁਸੀਂ ਥੈਂਕਫੁਲ ਹੁੰਦੇ ਹੋ, ਸ਼ੁਕਰਗੁਜ਼ਾਰ ਹੁੰਦੇ ਹੋ, ਸ਼ੁਕਰਾਨਾ ਕਰਦੇ ਹੋ ਪਰਮਾਤਮਾ ਦਾ, ਕਿ ਇਹ ਕਰਮ ਯੋਗ ਹੈ। ਕੁਝ ਇसी ਦੇ ਉੱਪਰ ਅੱਜ ਦੀ ਮੇਰੀ ਸਟੋਰੀ ਹੈ। ਤਾਂ ਸਟੋਰੀ ਸਟਾਰਟ ਕਰਦੇ ਹਾਂ। ਇੱਕ ਪਿੰਡ ਵਿੱਚ ਇੱਕ ਗਰੀਬ ਕਿਸਾਨ ਔਰ ਇੱਕ ਪ੍ਰੀਸਟ ਯਾਨੀ ਕਿ ਪੁਜਾਰੀ ਰਹਿੰਦੇ ਹਨ। ਸਾਰਾ ਦਿਨ ਜਿਹੜਾ ਉਹ ਗਰੀਬ ਕਿਸਾਨ ਹੈ ਉਹ ਮਿਹਨਤ ਮਜ਼ਦੂਰੀ ਕਰਦਾ ਆਪਣੇ ਖੇਤਾਂ ਵਿੱਚ, ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ, ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਉਹ ਖੇਤਾਂ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਦਾ ਹੈ। ਅਤੇ ਉਸਦਾ ਦਿਨ ਸ਼ੁਰੂ ਹੁੰਦਾ ਹੈ ਤਾਂ ਰੱਬ ਦਾ ਸ਼ੁਕਰ ਕਰਦਾ ਹੈ ਕਿ ਹਾਂਜੀ ਮੈਨੂੰ ਤੁਸੀਂ ਨਵਾਂ ਦਿਨ ਦਿੱਤਾ। ਅੱਜ ਇੱਕ ਰੋਟੀ ਖਾਂਦੇ ਹੋਏ ਮੂੰਹ ਵਿੱਚ ਬੁਰਕੀ ਪਾਉਂਦਾ ਹੈ ਤਾਂ ਪਰਮਾਤਮਾ ਦਾ ਸ਼ੁਕਰ ਕਰਦਾ ਹੈ ਵੀ ਤੁਸੀਂ ਉਹਨੂੰ ਖਾਣਾ ਦਿੱਤਾ। ਅਤੇ ਰਾਤੀ ਸੌਣ ਵੇਲੇ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਕਿ ਮੇਰਾ ਦਿਨ ਅੱਜ ਅੱਛਾ ਗਿਆ, ਕੱਲ੍ਹ ਦਾ ਦਿਨ ਮੇਰਾ ਇਸ ਤਰ੍ਹਾਂ ਹੀ ਵਧੀਆ ਹੋਏ, ਪਰਮਾਤਮਾ ਦਾ ਸ਼ੁਕਰ ਕਰਦੇ ਹੋਏ, ਚਾਹੇ ਗਰੀਬੀ ਹੈ, ਚਾਹੇ ਉਸਦੇ ਕੋਲ ਬਹੁਤ ਜ਼ਿਆਦਾ ਪੈਸਾ, ਉਸਦੇ ਕੋਲ ਧਨ ਸੰਪत्ति ਨਹੀਂ ਹੈ, ਫਿਰ ਵੀ ਉਹ ਪਰਮਾਤਮਾ ਦਾ ਸ਼ੁਕਰ ਕਰਦਾ ਹੈ ਅਤੇ ਰਾਤ ਨੂੰ ਸੋ ਜਾਂਦਾ ਹੈ। ਦੂਸਰੇ ਪਾਸੇ ਉਸੀ ਪਿੰਡ ਦਾ ਜਿਹੜਾ ਪੁਜਾਰੀ ਹੈ ਉਹ ਬਹੁਤ ਮਤਲਬ ਉਸਦੇ ਕੋਲ ਖੂਬ ਧਨ ਦੌਲਤ ਹੈ, ਕਿਉਂਕਿ ਪਿੰਡ ਦੇ ਲੋਕ ਉਸਨੂੰ ਬਹੁਤ ਮੰਨਦੇ ਹਨ ਅਤੇ ਉਸਦੀ ਬਹੁਤ ਇੱਜ਼ਤ ਕਰਦੇ ਹਨ ਪਿੰਡ ਦੇ ਲੋਕ। ਅਤੇ ਜੇ ਪਿੰਡ ਵਿੱਚ ਕਿਸੇ ਦੇ ਘਰ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਧਾਰਮਿਕ ਪ੍ਰੋਗਰਾਮ ਹੈ, ਕੁਛ ਵੀ ਹੈ, ਤਾਂ ਪੰਡਿਤ ਨੂੰ ਖਾਸ ਸਪੈਸ਼ਲ ਰਿਸਪੈਕਟ ਦਿੱਤੀ ਜਾਂਦੀ ਹੈ, ਉਸਦਾ ਆਦਰ ਸਨਮਾਨ ਕੀਤਾ ਜਾਂਦਾ ਹੈ, ਉਸਨੂੰ ਬੁਲਾਇਆ ਜਾਂਦਾ ਹੈ। ਅਤੇ ਜਿਹੜੇ ਪਿੰਡ ਦੇ ਲੋਕ ਹਨ ਉਸਨੂੰ ਦਾਨ ਦਕਸ਼ਨਾ ਵੀ ਦੇ ਕੇ ਜਾਂਦੇ ਹਨ, ਫਲ ਫਰੂਟ ਜੋ ਵੀ ਹੈ, ਮਤਲਬ ਪੂਰਾ ਜਿਸਨੂੰ ਕਹਿੰਦੇ ਸੰਪੰਨ, ਪ੍ਰੋਸਪੈਰਸ ਉਹ ਪੰਡਿਤ ਹੁੰਦਾ ਹੈ। ਅਤੇ ਬਿਲਕੁਲ ਆਪੋਜ਼ਿਟ ਦੋਨੋਂ ਜਣੇ ਇੱਕ ਦੂਸਰੇ ਤੋਂ ਹਨ। ਇੱਕ ਵਾਰੀ ਇੱਕ ਸੰਤ ਮਹਾਤਮਾ ਜਿਹੜੇ ਸੰਤ ਮਹਾਤਮਾ ਹਨ ਉਹ ਪਿੰਡ ਵਿੱਚ ਆਉਂਦੇ ਹਨ ਅਤੇ ਸਾਰੇ ਪਿੰਡ ਦੇ ਲੋਕ ਇਕੱਠੇ ਹੁੰਦੇ ਹਨ ਉਹਨਾਂ ਦੇ ਦਰਸ਼ਨ ਕਰਨ ਵਾਸਤੇ। ਅਤੇ ਉਹ ਕਿਸਾਨ ਅਤੇ ਉਹ ਜਿਹੜਾ ਗਰੀਬ ਕਿਸਾਨ ਹੈ ਅਤੇ ਜਿਹੜਾ ਪੰਡਿਤ ਹੈ ਉਹ ਦੋਨੋਂ ਵੀ ਉੱਥੇ ਆਉਂਦੇ ਹਨ ਉਹਨਾਂ ਦੇ ਦਰਸ਼ਨ ਕਰਨ ਵਾਸਤੇ। ਅਤੇ ਜਿਹੜਾ ਪੰਡਿਤ ਹੈ ਉਹ ਉਹਨਾਂ ਨੂੰ ਕਹਿੰਦਾ ਹੈ ਵੀ ਤੁਸੀਂ ਮੇਰੇ ਘਰ ਚੱਲੋ, ਮੈਂ ਚਾਹੁੰਦਾ ਕਿ ਹਾਂ ਤੁਸੀਂ ਮੇਰੇ ਘਰ ਆ ਕੇ ਰਹੋ, ਮੇਰੇ ਘਰ ਚਰਨ ਪਾਓ ਤੁਸੀਂ, ਅਤੇ ਮੈਂ ਤੁਹਾਡੀ ਬਹੁਤ ਅੱਛੀ ਸੇਵਾ ਕਰਾਂਗਾ ਐਂਡ ਆਲ। ਅਤੇ ਜਿਹੜੇ ਉਹ ਸੰਤ ਮਹਾਤਮਾ ਹੁੰਦੇ ਹਨ ਉਹ ਕਹਿੰਦੇ ਹਨ ਕਿ ਨਹੀਂ, ਮੈਂ ਉਸਦੇ ਘਰ ਰਹਿਣਾ ਚਾਹੁੰਦਾ ਜੋ ਪਰਮਾਤਮਾ ਨੂੰ ਦਿਲੋਂ ਪਿਆਰ ਕਰਦਾ ਹੈ, ਜੋ ਪਰਮਾਤਮਾ ਨੂੰ ਦਿਲੋਂ ਯਾਦ ਕਰਦਾ ਹੈ, ਮੈਂ ਉਸਦੇ ਘਰ ਰਵਾਂਗਾ। ਔਰ ਉਹ ਉਸ ਗਰੀਬ ਕਿਸਾਨ ਨੂੰ ਚੁਣਦੇ ਹਨ ਕਿ ਮੈਂ ਤੇਰੇ ਘਰ ਰਵਾਂਗਾ ਆ ਕੇ। ਅਤੇ ਉਸ ਪੰਡਿਤ ਨੂੰ ਬੜਾ ਬੁਰਾ ਲੱਗਦਾ ਹੈ। ਉਹਨਾਂ ਜਿਹੜੇ ਸੰਤ ਜੀ ਹੁੰਦੇ ਹਨ ਉਹਨਾਂ ਤੋਂ ਪੁੱਛਦਾ ਹੈ ਵੀ ਮੈਂ ਤਾਂ ਦਿਨ ਰਾਤ ਪਰਮਾਤਮਾ ਨੂੰ ਹੀ ਯਾਦ ਕਰਦਾ, ਸਾਰਾ ਦਿਨ ਮੈਂ ਨਾਮ ਸਿਮਰਨ ਕਰਦਾ, ਮਾਲਾ ਜਪਦਾ ਹੈ, ਇਹ ਤਾਂ ਜਿਹੜਾ ਕਿਸਾਨ ਹੈ ਤਾਂ ਸਾਰਾ ਦਿਨ ਖੇਤਾਂ ਵਿੱਚ ਹੀ ਕੰਮ ਕਰਦਾ, ਸ਼ਾਇਦ ਦਿਨ ਵਿੱਚ 2-4 ਵਾਰੀ ਜਾਂ ਸਵੇਰੇ ਜਾਂ ਰਾਤ ਨੂੰ ਸੌਣ ਵੇਲੇ ਇਹ ਪਰਮਾਤਮਾ ਦਾ ਨਾਮ ਲੈਂਦਾ ਹੈ। ਮੇਰੇ ਤੋਂ ਜ਼ਿਆਦਾ ਤਾਂ ਕੋਈ ਵੀ ਪਰਮਾਤਮਾ ਦਾ ਨਾਮ ਨਹੀਂ ਲੈਂਦਾ ਹੋਏਗਾ, ਫਿਰ ਵੀ ਇਸ ਨੂੰ ਤੁਸੀਂ ਕਿਉਂ ਚੁਣਿਆ ਔਰ ਮੈਨੂੰ ਪਿੱਛੇ ਕੀਤਾ। ਅਤੇ ਉਹ ਸੰਤ ਉਸਨੂੰ ਕਹਿੰਦੇ ਹਨ ਕਿ ਜੇ ਤੂੰ ਆਪਣੇ ਆਪ ਨੂੰ ਪ੍ਰੂਵ ਕਰਨਾ ਚਾਹੁੰਦਾ ਨਾ ਤਾਂ ਮੈਂ ਤੈਨੂੰ ਇੱਕ ਛੋਟਾ ਜਿਹਾ ਕੰਮ ਦੇਣਾ, ਤੂੰ ਮੇਰਾ ਉਹ ਕੰਮ ਕਰ ਅਤੇ ਮੈਂ ਮਤਲਬ ਇਹ ਪ੍ਰੂਵ ਹੋ ਜਾਏਗਾ, ਮੈਂ ਮੰਨ ਜਾਵਾਂਗਾ ਵੀ ਹਾਂ ਸਭ ਤੋਂ ਜ਼ਿਆਦਾ ਤੂੰ ਪਰਮਾਤਮਾ ਵਿੱਚ ਆਸਥਾ ਰੱਖਦਾ ਹੈ, ਤੇਰਾ ਪਰਮਾਤਮਾ ਵਿੱਚ ਬਹੁਤ ਵਿਸ਼ਵਾਸ ਹੈ, ਜਾਂ ਤੂੰ ਪਰਮਾਤਮਾ ਨੂੰ ਦਿਲੋਂ ਸਭ ਤੋਂ ਜ਼ਿਆਦਾ ਪਿਆਰ ਕਰਦਾ। ਕਹਿੰਦਾ ਹਾਂਜੀ ਦੱਸੋ, ਜੋ ਤੁਸੀਂ ਕਹੋਗੇ ਮੈਂ ਕਰਾਂਗਾ। ਅਤੇ ਉਹ ਸੰਤ ਜੀ ਉਸਨੂੰ ਕਹਿੰਦੇ ਹਨ ਕਿ ਤੂੰ ਕੀ ਕਰਨਾ ਹੈ, ਜੋ ਰਾਜਾ ਦੇ ਮਹਿਲ ਦੇ ਬਾਹਰ ਨਦੀ ਬਹਿ ਰਹੀ ਹੈ, ਤੂੰ ਰਾਤ ਵੇਲੇ ਉਸ ਦੇ ਵਿੱਚ ਜਾ ਕੇ ਖੜੇ ਹੋਣਾ
ਔਰ ਉਸ ਰਾਜਾ ਦੇ ਮਹਿਲ ਦੇ ਬਿਲਕੁਲ ਉਸ ਨਦੀ ਦੇ ਬਿਲਕੁਲ ਸਾਹਮਣੇ ਜਿਹੜੀ ਖਿੜਕੀ ਹੈ ਉਸ ਦੇ ਵਿੱਚ ਇੱਕ ਦੀਵਾ ਲੱਗਿਆ ਹੋਇਆ। ਉਹ ਦੀਵਾ ਤੂੰ ਬੁਝਣ ਨਹੀਂ ਦੇਣਾ ਔਰ ਤੂੰ ਨਾਲ ਦੇ ਨਾਲ ਨਾਮ ਸਿਮਰਨ ਕਰਦੇ ਰਹਿਣਾ, ਮਾਲਾ ਫੇਰਦੇ ਰਹਿਣਾ। ਤੂੰ ਜੇ ਤੂੰ ਇੱਕ ਰਾਤ ਵੀ ਤੂੰ ਇਹ ਕੰਮ ਕਰ ਲਏਗਾ ਤਾਂ ਮੈਂ ਮੰਨ ਜਾਵਾਂਗਾ ਕਿ ਸਭ ਤੋਂ ਜ਼ਿਆਦਾ ਪਰਮਾਤਮਾ ਨੂੰ ਯਾਦ ਕਰਨ ਵਾਲਾ ਜਾਂ ਪਰਮਾਤਮਾ ਵਿੱਚ ਆਸਥਾ ਰੱਖਣ ਵਾਲਾ, ਪਿਆਰ ਕਰਨ ਵਾਲਾ ਤੂੰ ਹੀ ਹੈ। तो पंडित जी कहते हैं वे इस विच क्या मुश्किल है, ठीक है मैं कर दांगा। रात होंदी है जी ते सर्दी दे दिन है, बहुत ज़्यादा ठंड पै रही है ते पंडित जी जाके नदी दे विच खड़े होंदे हैं ते उन्होंने सामने अपनी माला लैके जाते हैं, माला फेरनी शुरू करते हैं तो सामने जिहड़ा दीवा बल रहा है वो कहते हैं कि ये की औखा है, हवा चलती है थोड़ी जी तो दीवा थोड़ा बुझन लगता है तो उसनों हाथ नाल इस तरह करके दीवे नूं बुझन तो बचा लेंदे हैं। पहला तो बड़ा उन्होंने सौखा लगता है कि चलो कोई गल नहीं मैं कर लाँगा मैनेज, कोई औखा नहीं हैगा। पर हौली हौली जिस तरह रात के पहर बीतते हैं ठंड भी वधदी जाती है, पैरों में ठंड लगनी शुरू होती है, पूरी बॉडी में ठंड लगन लग जाती है और एक तरफ तुसी माला फेरनी है, एक तरफ तुसी दीवे नूं बुझन तो भी बचाना है। तो पंडित जी नूं बड़ा औखा लगन लग जाता है भी ये तो मैनूं बड़ा मुश्किल काम दे दिता संत जी ने, कोई बड़ा मुश्किल है कि जे तो मैं दीवे नूं बुझन तो बचाना है तो मेरा जिहड़ा नाम सिमरन है, मैं जिहड़ी माला फेर है उहदे विच विघन पै जाता है, वो मेरा टुट जाता है नाम सिमरन। तो जे मैं नाम सिमरन करता रहना है और मेरा अपना पूरा ध्यान मैं नाम सिमरन विच लगा देना है तो जिहड़ा दीवा है मेरा उहदे वालों ध्यान हट जाता है तो वो बुझ सकता है। तो दोवां नूं इक्को वारी दोनों रिस्पोंसिबिलिटीज़ नूं निभाना बड़ा औखा हो रहा है, बड़ा औखा हो जाता है जी पंडित जी वास्ते। पर चलो जी करते करते रात बीतती है तो सवेरे संत जी आते हैं उहदे कोल ते पुछते हैं उहदे कोलों कि हाँ जी पंडित जी दसो तो फिर तुसी किवें दी रही रात, तुसी ठीक तरह दोनों काम अपने पूरे कर लिते। तो पंडित जी बड़ा शर्मिंदा होंदे, वो कहंदे भी नहीं संत जी मैनूं माफ़ कर दो भी मैं नहीं कर सकिया, भी दोनों काम करने बहुत औखे सी कि जे मैं एक काम वाल ध्यान दिंदा सी तां मेरा दूसरा जिहड़ा दीवा सी वो बुझदा सी, दीवे नूं देखदा सी तां मैं नाम सिमरन नहीं कर पांदा सी। फिर वो जिहड़े संत महात्मा होंदे हन उन्हें पंडित जी नूं समझाते हैं कि मैं इसी करके तेरे और किसान उस गरीब किसान विच मैं किसान नूं इसी करके चुनिया सी क्योंकि गृहस्थ जीवन विच रह के तुसी जे परमात्मा नूं दिन विच एक बार भी जे तुसी सच्चे दिल तो याद करते हो तो दिन रात दी पूजा नालों किते उपर है। जे तुसी परमात्मा नूं तुसी तां एक बारी सिर्फ एक रात वास्ते तुसी दो रिस्पोंसिबिलिटीज़ इकट्ठियां निभानियां सी यानी ते तुहानूं वो भी तुहानूं औखा लग रहा सी। तो सोचो ये गरीब किसान है, इसने अपने परिवार नूं भी देखना, अपने खेतों नूं भी देखना, खेतों में काम भी खुद करना है, मजदूरी करनी है तो बाकी दुनियादारी भी देखनी है जो असी एक नॉर्मल लाइफ भी असी सारे करते हैं। तो उसके बावजूद भी जे असी परमात्मा नूं याद करते हैं दिलों, वी आर ट्रूथफुल टूवर्ड्स गॉड, असी किसी नाल धोखेबाजी नहीं करते, तो सही मायने विच परमात्मा नूं याद करन दा यही सही तरीका है वट आई थिंक। यानी कि अगर तुसी गृहस्थ जीवन विच हो और तुसी अपने फैमिली नूं अच्छी तरह लुक आफ्टर कर रहे हो, तुसी अपने बच्चों की अच्छी परवरिश कर रहे हो, तुसी अपने वड्डे बजुर्गों का घर विच ध्यान दे रहे हो, उन्होंने मान इज्जत दे रहे हो, यू आर बीइंग रिस्पैक्टफुल टूवर्ड्स दम, मतलब सब कुछ तुसी उस तरह कर रहे हो जिवें कि तुसी चाहते हो कि तुहाडे नाल होए और तुसी परमात्मा नूं चाहे दिन विच तुसी एक बारी ही तुसी याद करते हो पर दिलों याद करते हो, वाहिगुरू बोलते हो या राम राम बोलते हो। तो आई थिंक वही सही तरीका है परमात्मा नूं याद करन दा। यानी कि तुसी एक ड्यूटी की तरह नहीं कि हाँ मैं तो जाना सी गुरुद्वारे या मैं जाना सी मंदिर, मैं रूटीन में जाना ही जाना, मेरा रूटीन नहीं टुटना चाहिए, उस तरह नहीं, एक अटैचमेंट की तरह कि हाँ मतलब तुसी अपना काम भी कर रहे हो, तुसी परमात्मा नूं भी याद कर रहे हो, वो सही तरीका है। तो बस इन्ना ही मेरा वीडियो सी, वीडियो नूं एंड करांगी मैं एक कबीर जी का एक दोहा है जो मैं पढ़िया सीगा तो वो मैं तुहाडे सारे नाल शेयर कर रही हूँ। और दोहा है, सुमिरन की सुधी यूँ करो ज्यों गागर पनिहार, बोलत डोलत सुरती में कहे कबीरा विचार। जिसका बहुत सिंपल जा मीनिंग है कि परमात्मा नूं तुसी इस तरह याद करो जिवें एक औरत सिर ते कड़ा रखती है पानी का और वो गल्लां करती जाती है पर उसका ध्यान पूरी तरह उस कड़े वाल है, उस भरे हुए पानी नाल भरे हुए कड़े वाल है कि वो पानी जिहड़ा वो कड़ा है वो गिर ना जाए, वो पानी जिहड़ा वो गिर ना जाए, कड़ा गिर ना जाए।
ਗੱਲਾਂ ਵੀ ਕਰਦੀ ਜਾ ਰਹੀ ਹੈ, ਲੇਕਿਨ ਧਿਆਨ ਉਸਦਾ ਜਿਹੜਾ ਪੂਰਾ ਹੈ ਉਹ ਉਸ ਘੜੇ ਵੱਲ ਹੈ। ਤਾਂ ਆਪਣੀ ਡਿਊਟੀਜ਼ ਛੱਡ ਕੇ ਜੇ ਤੁਸੀਂ ਬਸ ਕਿ ਜੰਗਲਾਂ ਵਿੱਚ ਜਾ ਕੇ ਤੁਸੀਂ ਸਮਾਧੀ ਲਗਾ ਕੇ ਬੈਠੇ ਹੋਏ ਹੋ, ਆਈ ਥਿੰਕ ਦੈਟ ਇਜ਼ ਨਾਟ ਹਾਊ ਟੂ ਰਿਮੈਂਬਰ ਗੋਡ। ਉਹ ਅਸਲੀ ਪਰਮਾਤਮਾ ਨੂੰ ਯਾਦ ਕਰਨਾ ਨਹੀਂ ਹੈ। ਦੁਨੀਆ ਵਿੱਚ ਵਿਚਰਦੇ ਹੋਏ ਆਪਣੀ ਰਿਸਪੌਂਸਿਬਿਲਿਟੀਜ਼ ਨੂੰ ਪੂਰਾ ਕਰਦੇ ਹੋਏ ਜਦ ਤੁਸੀਂ ਪਰਮਾਤਮਾ ਨੂੰ ਯਾਦ ਕਰਦੇ ਹੋ, ਦੈਟ ਇਜ਼ ਕਰਮ ਯੋਗ। ਐਂਡ ਬਿਲੀਵ ਮੀ, ਇਟ ਇਜ਼ ਵੈਰੀ ਡਿਫਿਕਲਟ, ਬਟ ਸਹੀ ਤਰੀਕਾ ਇਹੀ ਹੈ। ਦਿਲੋਂ ਪਰਮਾਤਮਾ ਨੂੰ ਯਾਦ ਕਰੋ। ਬਸ ਇੰਨਾ ਹੀ ਅੱਜ ਦਾ ਮੇਰਾ ਵੀਡੀਓ ਹੈ। ਤਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਟਿਲ ਦੈਨ